ਅਸਲਾਮ ਵਾਲੇਕਮ। ਹਾਂਜੀ, ਤੁਸੀਂ ਵੇਖ ਸਕਦੇ ਅੱਜ ਦੀ ਵੀਡੀਓ 'ਚ ਤੁਹਾਨੂੰ ਕਪਾਹ ਦਿਖਾ ਰਹੇ ਹਾਂ। ਨਰਮਾ ਲੱਗਾ ਹੋਇਆ ਵਾ ਤੇ ਮੈਂ ਸੋਚਿਆ ਮੇਰਾ ਵੀਡੀਓ ਬਣਾ ਲਈ। ਹਵਾ ਬਹੁਤ ਤੇਜ਼ ਚੱਲ ਰਹੀ ਹੈ। ਇਹ ਥੋੜੀ ਜਿਹੀ ਜਗ੍ਹਾ ਸੀ, ਇਹਦੇ ਵਿੱਚ ਅੱਗੇ ਪੱਠੇ ਪੁੱਠੇ ਬੀਜੇ ਸੀ ਤੇ ਬਾਅਦ ਦੇ ਵਿੱਚ ਸੋਚਿਆ ਚਲੋ ਨਰਮਾ ਲਾ ਦਿੰਦੇ ਥੋੜਾ ਜਿਹਾ ਨਾ। ਬਾਕੀ ਦੂਜੀ ਸਾਈਡ ਤੇ ਲੱਗਾ ਵਾ ਮਰਬੇ, ਉਹ ਵੀ ਇਨਸ਼ਾਅੱਲਾ ਕਿਸੇ ਨੇ ਵੀਡੀਓ ਬਣਾ ਕੇ ਤੁਹਾਨੂੰ ਨੈਟ ਤੇ ਦਾਂਗਾ, ਤੁਸੀਂ ਵੇਖਿਓ। ਇਹ ਇਹਨਾਂ ਨੂੰ ਨਾ ਫੁੱਲ ਗੱਡੀ ਲੱਗੀ ਆ, ਫਲ ਚੱਕਦੇ ਜਾਂਦੇ ਪਏ ਹੌਲੀ ਹੌਲੀ। ਬਾਕੀ ਨਰਮੇ ਤੇ ਬੜੀ ਮਿਹਨਤ ਹੁੰਦੀ ਆ, ਬਹੁਤ ਜ਼ਿਆਦਾ, ਕਿਉਂਕਿ ਬਿਜਾਈ ਤੋਂ ਫੌਰਨ ਬਾਅਦ ਇਹਨੂੰ ਵਿਰਲਾ ਕੀਤਾ ਜਾਂਦਾ। ਫਿਰ ਇਹਨਾਂ ਦੇ ਖਾਦਾਂ ਦਾ ਤਨਾਸਬ ਦਾ ਖਿਆਲ ਬੜਾ ਕਰਨਾ ਪੈਂਦਾ। ਖਾਦ ਕਿਵੇਂ ਕਿਵੇਂ ਪੈਣੀ ਚਾਹੀਦੀ, ਜ਼ਿਆਦਾ ਵੀ ਨਹੀਂ, ਲੇਕਿਨ ਹਰ ਪਾਣੀ ਦੇ ਨਾਲ ਥੋੜੀ ਥੋੜੀ ਖਾਦ ਜ਼ਰੂਰ ਪੈਣੀ ਚਾਹੀਦੀ ਹੈ, ਤਾਂ ਕਿ ਇੱਕ ਵਾਰੀ ਖਾਦ ਪਾਤੀ ਤਾਂ ਇੱਕ ਵਾਰੀ ਫਾਇਦਾ ਦੇ ਦੇਗੀ, ਲੇਕਿਨ ਬਾਅਦ ਵਿੱਚ ਕਿਉਂਕਿ ਲੰਮੀ ਫਸਲ ਆ, ਇਸ ਵਾਸਤੇ ਇਹਨੂੰ ਹਰ ਪਾਣੀ ਤੇ ਥੋੜੀ ਥੋੜੀ ਖਾਦ ਜ਼ਰੂਰੀ ਹੈ। ਅਸੀਂ ਤੇ ਕਿੱਲੇ ਨੂੰ 2 ਬੋਰੀਆਂ DAP ਦੇ ਹਿਸਾਬ ਨਾਲ ਪਾਈ ਦੀਆਂ, ਨਾਲ ਗਵਾਰਾ 3 ਬੋਰੀਆਂ। ਬਾਕੀ ਸਲਫਰ ਵੀ ਪਾਈਦਾ ਵਾ, SOP ਵੀ ਪਾਈਦੀ ਹੈ। ਉਹ ਦੂਸਰੀ ਇਨਸ਼ਾਅੱਲਾ ਜੋ ਵੀਡੀਓ ਬਣਾਵਾਂਗੇ ਤੁਹਾਨੂੰ ਫਿਰ ਪੂਰਾ ਚਾਰਟ ਬਣਾ ਕੇ ਦਾਂਗੇ, ਕਿਵੇਂ ਕਿਵੇਂ ਖਾਦਾਂ ਪਾਉਣੀਆਂ ਚਾਹੀਦੀਆਂ ਤੇ ਕਿਵੇਂ ਕਿਵੇਂ ਪਾਣੀ ਲਾਉਣਾ ਚਾਹੀਦਾ ਹੈ। ਫਿਲਹਾਲ ਤੁਸੀਂ ਇਹ ਵੇਖ ਸਕਦੇ ਨਰਮਾ ਮਾਸ਼ਾ ਸਿਹਤਮੰਦ ਖੜਾ ਵਾ, ਫਲ ਚੱਕ ਰਿਹਾ ਹੋਇਆ ਇਸ ਟਾਈਮ। ਮੇਰੇ ਨਾਲ ਮੁਹੰਮਦ ਤੁਰਿਆ ਫਿਰਦਾ, ਖੇਡਦਾ ਫਿਰਦਾ ਨਰਮੇ ਦੇ ਵਿੱਚ। ਜ਼ਿੰਦਗੀ 'ਚ ਪਹਿਲੀ ਵਾਰੀ ਵੇਖ ਰਿਹਾ, ਪਹਿਲੇ ਛੋਟਾ ਸੀ। ਇਹ ਕੁਝ ਮਿਰਚਾਂ ਦੇ ਬੂਟੇ ਲੱਗੇ ਆ। ਬਾਕੀ ਖਾਦਾਂ ਦਾ ਜ਼ਿਆਦਾ ਇਸਤੇਮਾਲ ਯੂਰੀਆ ਦਾ ਖਾਸ ਤੌਰ ਤੇ ਨਹੀਂ ਕਰਨਾ ਚਾਹੀਦਾ, ਕਿਉਂਕਿ ਨਰਮਾ ਜਦੋਂ ਕੱਦ ਜ਼ਿਆਦਾ ਕਰ ਜੇ ਤੇ ਫਿਰ ਉਹ ਫਲ ਨਹੀਂ ਲੈਂਦਾ। ਬਾਅਦ ਕੱਦ ਨੂੰ ਸਪਰੇਅ ਵੀ ਕਰਨੀ ਪੈਂਦੀ ਹੈ, ਗਲਾਫੋਸੈਟ ਜਿਹੜੀ ਕਰਨੀ ਪੈਂਦੀ, ਕੱਦ ਰੋਕੇ ਜਾਂਦਾ। ਤੇ ਬਾਕੀ ਸਾਰੀ ਡਿਟੇਲ ਤੁਹਾਨੂੰ ਦੂਸਰੀ ਵੀਡੀਓ 'ਚ ਦੱਸਾਂਗੇ ਇਨਸ਼ਾਅੱਲਾ।